ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਪੋਹ ਦੇ ਮਹੀਨੇ ਭਰ ਧੁੰਦਾਂ ਦੀ ਰੁੱਤ ਉਹ ਮੰਜੇ ਤੇ ਰਜਾਈ ਲੈ ਕੇ ਕੁੰਗੜੀ ਪਈ ਸੀ। ਅੱਜ ਬਹੁਤ ਦਿਨ ਬਾਅਦ ਜੀਤ ਕੌਰ ਕਿਸੇ ਡੂੰਘੀਆਂ ਸੋਚਾਂ 'ਚ ਜਾਪਦੀ ਸੀ। ਕਿੰਨਾ ਭਰਿਆ ਪੂਰਾ ਪਰਿਵਾਰ ਸੀ ਉਸਦਾ। ਜਦ ਉਹ ਵਿਆਹ ਕੇ ਇਸ ਘਰ ਵਿੱਚ ਆਈ ਸੀ, ਸਾਰੇ ਪਾਸੇ ਰੌਣਕ ਹੀ ਰੌਣਕ ਸੀ। ਅੱਧੀ ਅੱਧੀ ਰਾਤ ਜਾਗਦੇ ਗੱਲਾਂ ਕਰਦੇ ਤੇ ਕੰਮ ਕਰਦੇ ਹੀ ਬੀਤ ਜਾਂਦੀ ਸੀ। ਸਵੇਰੇ ਫਿਰ ਮੂੰਹ ਹਨੇਰੇ ਉੱਠ ਜਾਣਾ, ਪਸ਼ੂਆਂ ਦਾ ਗੋਹਾ ਕੂੜਾ ਕਰ ਚੁੱਲ੍ਹੇ ਦਾ ਕੰਮ ਸਾਂਭਦਿਆਂ ਹੀ ਦੁਪਹਿਰ ਚੜ੍ਹ ਜਾਣੀ। ਗੱਲ ਕਿ ਸਾਰਾ ਦਿਨ ਵੇਲ ਨਾ ਮਿਲਦੀ। ਮਾਂ ਵਰਗੀ ਸੱਸ ਤੇ ਪਿਓ ਵਰਗਾ ਸਹੁਰਾ, ਸਹੇਲੀਆਂ ਵਰਗੀਆਂ ਦੋ ਨਨਾਨਾਂ ਨੇ ਕਦੇ ਪੇਕੇ ਘਰ ਦੀ ਯਾਦ ਨਾ ਆਉਣ ਦਿੱਤੀ। ਇਹ ਵੀ ਤਾਂ ਕਿੰਨਾ ਮੋਹ ਕਰਦੇ ਸੀ ਮੇਰਾ, ਸੋਚਦੀ ਦੇ ਇੱਕਦਮ ਮੂੰਹ ਤੇ ਮੁਸਕਾਨ ਆ ਜਾਣੀ। ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਸੀ ਇਹਨਾਂ ਦੇ ਹੁੰਦੇ। ਕਦੇ ਉਨੀਂਦਰੇ ਨਹੀਂ ਸੀ ਕੱਟੇ, ਕਦੇ ਕਿਸੇ ਗੱਲ ਦਾ ਫਿਕਰ ਨਹੀਂ ਸੀ ਹੁੰਦਾ। ਫਿਰ ਹੌਲੀ ਹੌਲੀ ਨਨਾਨਾਂ ਦੇ ਵਿਆਹ ਕੀਤੇ, ਉਹ ਆਪਣੇ ਘਰ ਚਲੀਆਂ ਗਈਆਂ। ਬੇਬੇ ਜੀ ਤੇ ਬਾਪੂ ਜੀ ਵੀ ਉਮਰ ਭੋਗ ਕੇ ਉੱਥੇ ਚਲੇ ਗਏ ਜਿੱਥੋਂ ਕਦੇ ਕੋਈ ਨਹੀਂ ਸੀ ਮੁੜਿਆ। ਪਰ ਜਾਂਦੇ ਜਾਂਦੇ ਆਪਣੇ ਦੋਨਾਂ ਪੋਤਰਿਆਂ ਦਾ ਮੂੰਹ ਦੇਖ ਕੇ ਗਏ ਸੀ। ਕਿਸੇ ਗੱਲ ਦਾ ਸ਼ਿਕਵਾ ਨਹੀਂ ਸੀ ਉਹਨਾਂ ਨੂੰ ਜਦ ਉਹ ਦੁਨੀਆ ਤੋਂ ਤੁਰ ਪਏ। ਇਸ ਘਰ ਵਿੱਚ ਆਈ ਨੂੰ ਜਿਵੇਂ ਜਿਵੇਂ ਸਾਲ ਤੇ ਸਾਲ ਆਉਂਦੇ ਰਹੇ, ਮੇਰਾ ਭਰਿਆ ਪੂਰਾ ਪਰਿਵਾਰ ਘੱਟ ਹੁੰਦਾ ਗਿਆ। ਹੁਣ ਬਸ ਦੋਨਾਂ ਪੁੱਤਾਂ ਨਾਲ ਅਸੀਂ ਦੋਨੋਂ ਜੀ ਹੀ ਰਹਿ ਗਏ ਸੀ। ਵਧੀਆ ਪੜ੍ਹਾ ਲਿਖਾ ਕੇ ਪੁੱਤ ਪੈਰਾਂ ਤੇ ਖੜੇ ਕਰਤੇ। ਸਰਦਾਰ ਜੀ ਨੇ ਕਦੇ ਕਿਸੇ ਗੱਲ ਦੀ ਕਮੀ ਨਹੀਂ ਸੀ ਆਉਣ ਦਿੱਤੀ। ਫਿਰ ਪਤਾ ਨਹੀਂ ਸੀ ਹੋਣੀ ਨੂੰ ਕੀ ਮਨਜ਼ੂਰ ਸੀ ਕਿ ਸਾਡੇ ਪਰਿਵਾਰ ਨੂੰ ਸਰਦਾਰ ਜੀ ਦੀ ਹੀ ਕਮੀ ਹੋ ਗਈ। ਅਚਾਨਕ ਹੀ ਖੇਤ ਵਿੱਚ ਦਿਲ ਦਾ ਦੌਰਾ ਪਿਆ ਅਤੇ ਉਹ ਹਮੇਸ਼ਾ ਹੀ ਜੀਤ ਕੌਰ ਨੂੰ ਛੱਡ ਕੇ ਤੁਰ ਪਏ। ਜੀਵਨ ਸਾਥੀ ਦੇ ਬਿਨਾਂ ਜ਼ਿੰਦਗੀ ਪਹਾੜ ਜਿੱਡੀ ਲੱਗਦੀ ਹੈ, ਪਰ ਔਲਾਦ ਦੇ ਮੂੰਹ ਵੱਲ ਵੇਖ ਕੇ ਸੋਚਦੀ ਸੀ ਵੀ ਇਹ ਪਹਾੜ ਆਪਣੇ ਦੋਨਾਂ ਪੁੱਤਰਾਂ ਦਾ ਹੱਥ ਫੜ ਕੇ ਪਾਰ ਕਰ ਲਵੀਂ। ਹੁਣ ਪੁੱਤਰ ਪੜ੍ਹੇ ਲਿਖੇ ਹੋਣ ਕਰਕੇ ਖੇਤਾਂ ਵੱਲ ਮੂੰਹ ਨਾ ਕਰਦੇ। ਸਰਦਾਰ ਜੀ ਦੇ ਹੁੰਦੇ ਕਦੇ ਖੇਤ ਰੋਟੀ ਦੇਣ ਵੀ ਨਾ ਗਈ। ਉਹਨਾਂ ਕਹਿਣਾ, ਤੂੰ ਕਿੱਥੇ ਸਾਰਾ ਦਿਨ ਘਰ ਛੱਡ ਕੇ ਆਉਂਦੀ ਰਹੇਂਗੀ, ਮੈਂ ਆਪ ਹੀ ਆ ਕੇ ਖਾ ਜੂ ਰੋਟੀ, ਜਦੋਂ ਭੁੱਖ ਲੱਗੀ ਤੂੰ ਨਾ ਪਿੱਛੇ ਆਈ। ਪਰ ਹੁਣ ਤਾਂ ਖੇਤ ਵੀ ਮੇਰੇ ਸਿਰ ਤੇ ਹੋਣ ਲੱਗ ਪਏ। ਫਿਰ ਠੇਕੇ ਤੇ ਵਾਹੀ ਲਈ ਜ਼ਮੀਨ ਦੇ ਕੇ ਠੇਕੇ ਤੋਂ ਮਿਲਦੇ ਪੈਸਿਆਂ ਨਾਲ ਘਰ ਦਾ ਗੁਜ਼ਾਰਾ ਚੱਲਿਆ ਕਰਦਾ ਸੀ। ਪੁੱਤ ਨੌਕਰੀ ਲੱਗੇ ਤਾਂ ਘਰ 'ਚ ਪੈਸੇ ਦੀ ਕਮੀ ਨਾ ਰਹੀ। ਦੋਹਾਂ ਦੇ ਰਿਸ਼ਤੇ ਕਰ ਵਿਆਹ ਕਰ ਦਿੱਤੇ ਸੀ, ਇਹ ਸੋਚ ਕੇ ਕਿ ਇੱਕ ਵਾਰ ਫੇਰ ਤੋਂ ਮੇਰਾ ਘਰ ਭਰਿਆ ਪੂਰਾ ਹੋ ਜਾਏਗਾ। ਨੂੰਹਾਂ ਘਰ ਦੀ ਜ਼ਿੰਮੇਵਾਰੀ ਸਾਂਭ ਕੇ ਮੇਰੇ ਫਿਕਰਾਂ ਦੀ ਪੰਡ ਨੂੰ ਆਪਣੇ ਸਿਰ ਚੁੱਕ ਲੈਣਗੀਆਂ। ਪਰ ਨੂੰਹਾਂ ਨੇ ਆ ਕੇ ਘਰ ਤਾਂ ਕੀ ਸਾਂਭਣਾ ਸੀ। ਪੁੱਤ ਸਾਂਭ ਸ਼ਹਿਰਾਂ 'ਚ ਘਰ ਬਣਾ ਲਏ ਤੇ ਇੱਥੇ ਰਹਿ ਗਈ ਕੱਲਮ ਕੱਲੀ ਜੀਤ ਕੌਰ। ਸੋਚਾਂ ਦੀ ਲੜੀ ਇੱਕਦਮ ਟੁੱਟ ਗਈ ਜਦ ਬਾਹਰੋਂ ਸਾਈਕਲ ਦੀ ਟੱਲੀ ਖੜਕਣ ਦੀ ਆਵਾਜ਼ ਆਈ ਤੇ ਨਾਲ ਹੀ ਸੱਜਣ ਸਿਉਂ ਦਾ ਹੋਕਾ ਸੁਣਾਈ ਦਿੱਤਾ, ਜਾਗਦੇ ਰਹੋ। ਸੱਜਣ ਸਿਉਂ ਪਿੰਡ 'ਚ ਨਵਾਂ ਆਇਆ ਸੀ। ਘਰ ਪਰਿਵਾਰ 'ਚ ਮੇਰੇ ਵਾਂਗ ਇਸ ਦਾ ਵੀ ਕੋਈ ਨਹੀਂ ਸੀ। ਖਬਰੇ ਇਸੇ ਲਈ ਪਿੰਡ ਵਾਲਿਆਂ ਸਲਾਹ ਕਰਕੇ ਇਸ ਨੂੰ ਚੌਂਕੀਦਾਰ ਬਣਾ ਛੱਡਿਆ ਵੀ ਇਹਨੂੰ ਕਿਹੜਾ ਘਰ ਕੋਈ ਉਡੀਕਦਾ ਹੋਣਾ, ਨਾਲੇ ਚਾਰ ਪਾਸੇ ਬਣਾ ਰੋਟੀ ਟੁਰਦਾ ਸੀ, ਨਾਲੇ ਪਿੰਡ 'ਚ ਚੌਂਕੀਦਾਰੀ ਕਰਦਾ ਰਹੇਗਾ। ਸੱਜਣ ਸਿਉਂ ਦੇ ਆਉਣ ਦੀ ਦੇਰ ਹੁੰਦੀ ਤਾਂ ਜੀਤ ਕੌਰ ਉਸ ਦਾ ਹੋਕਾ ਸੁਣ ਸੌਂ ਜਾਂਦੀ। ਜਿਵੇਂ ਉਸ ਨੂੰ ਕਾਲੀਆਂ ਰਾਤਾਂ 'ਚ ਇਸ ਸਾਈਕਲ ਦੀ ਟੱਲੀ ਦੀ ਆਵਾਜ਼ ਤੇ ਸੱਜਣ ਸਿਉਂ ਵਾਲੇ ਲਾਏ ਹੋ ਕੇ ਜਾਗਦੇ ਰਹੋ ਦਾ ਹੀ ਆਸਰਾ ਸੀ। ਉਹ ਆਪਣਾ ਸਾਰਾ ਫਿਕਰ ਸੱਜਣ ਸਿਉਂ ਤੇ ਛੱਡ ਆਪ ਘੂਕ ਸੌਂ ਜਾਂਦੀ। ਰੋਜ਼ ਹੀ ਇਹ ਸਿਲਸਿਲਾ ਚੱਲਦਾ ਰਹਿੰਦਾ ਸੀ। ਸਾਈਕਲ ਦੀ ਟੱਲੀ ਤੇ ਸੱਜਣ ਸਿਉਂ ਦੇ ਹੋਕੇ ਜਿਵੇਂ ਜੀਤ ਕੌਰ ਲਈ ਨੀਂਦ ਦਾ ਸੁਨੇਹਾ ਲੈ ਕੇ ਆਉਂਦੇ ਸੀ। ਪਰ ਅੱਜ ਰਾਤ ਉਸ ਨੂੰ ਨੀਂਦ ਨਹੀਂ ਸੀ ਆਈ, ਕਿਉਂਕਿ ਬਾਹਰ ਨਾ ਤਾਂ ਟੱਲੀ ਖੜਕਣ ਦੀ ਆਵਾਜ਼ ਸੀ ਅਤੇ ਨਾ ਸੱਜਣ ਸਿਉਂ ਦੇ ਹੋਕੇ ਦੀ।
ਸਾਰੀ ਰਾਤ ਜੀਤ ਕੌਰ ਇਹ ਸੋਚਦੀ ਰਹੀ ਵੀ ਅੱਜ ਖਬਰੇ ਕਿੱਥੇ ਰਹਿ ਗਿਆ ਹੈ ਸੱਜਣ ਸਿਉਂ। ਫਿਕਰਾਂ ਨਾਲ ਲੱਦੀ ਨੂੰ ਰਾਤ ਦੇ ਆਖਰੀ ਪਹਿਰ ਨੀਂਦ ਨੇ ਘੇਰ ਹੀ ਲਿਆ। ਸਵੇਰੇ ਜਦ ਸੂਰਜ ਸਿਰ ਤੇ ਆ ਗਿਆ ਤਾਂ ਜਾ ਅੱਖ ਖੁੱਲੀ। ਉੱਠ ਬਾਹਰ ਬੂਹੇ ਕੋਲ ਦੇਖਿਆ ਤਾਂ ਸਾਰਾ ਪਿੰਡ ਇਕੱਠਾ ਹੋਇਆ ਸੀ। ਪੁੱਛਣ ਤੇ ਪਤਾ ਲੱਗਾ ਕਿ ਰਾਤ ਸੱਜਣ ਸਿਉਂ ਅਕਾਲ ਚਲਾਣਾ ਕਰ ਗਏ ਹਨ। ਉਹਦੇ ਸੰਸਕਾਰ ਦੀ ਤਿਆਰੀ ਕਰ ਰਹੇ ਪਿੰਡ ਵਾਲੇ। ਜੀਤ ਕੌਰ ਤਾਂ ਜਿਵੇਂ ਸੁੰਨ ਹੋ ਗਈ। ਉਸ ਨੂੰ ਇੰਜ ਲੱਗਾ ਜਿਵੇਂ ਇੱਕ ਵਾਰ ਫਿਰ ਉਸ ਦੀ ਫਿਕਰਾਂ ਦੀ ਪੰਡ ਚੁੱਕਣ ਵਾਲਾ ਰੱਬ ਨੇ ਆਪਣੇ ਕੋਲ ਸੱਦ ਲਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।